जो मुस्कुरा रहा है उसे दर्द ने पाला होगा, जो चल रहा है उसके पाँव में छाला होगा। बिना संघर्ष के इंसान चमक नहीं सकता, जो जलेगा उसी दिए में उजाला होगा। Hello students, I hope you are studying well. I'm Mohit Dhingra. Welcome to CBC. तो स्टूडेंट्स ਤੁਹਾਡੇ ਸਾਹਮਣੇ ਫੇਰ ਲੈ ਕੇ ਆ ਰਹੇ ਆਪਣੀ ਖਾਸ ਪੇਸ਼ਕਸ਼ ਜੋ ਆਪਾਂ ਸਪੈਸ਼ਲੀ ਡਿਸਕਸ ਕਰ ਰਹੇ ਸੀ ਪੰਜਾਬ ਪਟਵਾਰੀ ਦੀ ਆਪਣੀ ਸੀਰੀਜ਼ ਨੂੰ। ਤਾਂ ਆਪਾਂ ਇਸ ਤੋਂ ਪਹਿਲਾਂ ਪਾਰਟ 11 ਤੱਕ ਕਵਰ ਕਰ ਚੁੱਕੇ ਸੀ, ਤਾਂ ਅੱਜ ਤੁਹਾਡੇ ਸਾਹਮਣੇ ਮੈਂ ਪਾਰਟ 12 ਪੇਸ਼ ਕਰ ਰਿਹਾ। ਆਪਾਂ ਪਾਰਟ 12 ਨੂੰ ਅੱਜ ਆਪਾਂ ਡਿਸਕਸ ਕਰਾਂਗੇ। ਆਈ ਹੋਪ ਤੁਸੀਂ ਪਾਰਟ 11 ਨੂੰ ਚੰਗੀ ਤਰ੍ਹਾਂ 11 ਤੱਕ ਚੰਗੀ ਤਰ੍ਹਾਂ ਸਮਝ ਲਿਆ ਹੋਊਗਾ, ਪੜ੍ਹ ਲਿਆ ਹੋਊਗਾ, ਹੈ ਨਾ। ਕਾਪੀ ਪੈਨ ਲੈ ਕੇ ਅੱਜ ਆ ਜਾਓ ਅਤੇ ਆਪਾਂ ਸਟਾਰਟ ਕਰਦੇ ਹਾਂ ਅੱਜ ਦਾ ਆਪਣਾ ਪਾਰਟ 12। ਤਾਂ ਇਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਆਪਣੇ ਜੋ ਕਿ ਬੈਸਟ ਕੁਐਸਚਨਸ ਹੁੰਦੇ ਨੇ, ਹਿਸਟਰੀ, ਪੋਲਿਟੀ, ਜੀਓਗ੍ਰਾਫੀ, ਸਾਇੰਸ, ਕਰੰਟ ਅਫੇਅਰਸ, ਜੋ ਵੀ ਆਪਾਂ ਨੂੰ ਸਟੈਟਿਕ ਜੀਕੇ ਦਾ ਪੋਰਸ਼ਨ ਜੋ ਵੀ ਆਉਂਦਾ, ਜਿਵੇਂ ਕਿ ਹੈੱਡਕੁਆਟਰਸ ਆਉਂਦੇ ਨੇ, ਕਰੰਸੀਜ਼, ਕੈਪੀਟਲਸ, ਗਵਰਨਰ, CM, ਹੈ ਨਾ, ਰਿਵਰ ਸਾਈਡ ਸਿਟੀਜ਼, ਹੈੱਡਕੁਆਟਰਸ ਹੋ ਗਏ, ਡੇਜ਼ ਹੋ ਗਏ, ਕੁਛ ਵੀ ਫਲਾਣਾ ਢਿਮਕਾ, ਹੈ ਨਾ। ਤਾਂ ਸਾਰੀਆਂ ਚੀਜ਼ਾਂ ਨੂੰ ਅੱਜ ਆਪਾਂ ਇਸ ਸੀਰੀਜ਼ ਦੇ ਵਿੱਚ ਡਿਸਕਸ ਕਰਾਂਗੇ। ਤਾਂ ਪਾਰਟ 11 ਤੱਕ ਆਪਾਂ ਕਰ ਚੁੱਕੇ ਸੀ। ਤਾਂ ਦੇਖਦੇ ਹਾਂ ਅੱਜ ਦਾ ਆਪਣਾ ਫਸਟ ਕੁਐਸਚਨ। ਫਸਟ ਕੁਐਸਚਨ ਹੈ ਜੀ, ਬੀਹੂ ਇਜ਼ ਏ ਫੋਕ ਡਾਂਸ ਆਫ ਵਿਚ ਸਟੇਟ। ਤਾਂ ਫੋਕ ਡਾਂਸ ਦੇ ਕੁਐਸਚਨ, ਇਹ ਵੀ ਆਪਣਾ ਵਨ ਆਫ ਦਾ ਟੌਪਿਕ ਹੈ ਆਪਣਾ। ਫੋਕ ਡਾਂਸ 'ਤੇ ਆਪਾਂ ਨੂੰ ਕੁਐਸਚਨ ਆਉਂਦਾ ਬੀਹੂ ਕਿਹਦਾ ਫੋਕ ਡਾਂਸ ਹੈ ਜੀ। ਤਾਂ ਇਹਦਾ ਕਰੈਕਟ ਆਨਸਰ ਹੈ ਜੀ ਏ ਆਪਸ਼ਨ, ਅਸਮ। ਅਸਮ ਜਿਹੜੀ ਆਪਣੀ ਸਟੇਟ ਹੈ, ਨਾਰਥ ਈਸਟਰਨ ਸਟੇਟ ਹੈ। ਤਾਂ ਅਸਮ ਕਿੱਥੇ ਹੈ? ਨਾਰਥ, ਸਾਊਥ, ਈਸਟ ਐਂਡ ਵੈਸਟ। ਤਾਂ ਨਾਰਥ ਈਸਟਰਨ ਸਟੇਟਸ ਆਪਣੇ ਇੱਥੇ ਅਸਮ। ਤਾਂ ਇੰਪੋਰਟੈਂਟ ਹੈ, ਦੇਖੋ ਅਸਮ ਦੀ ਆਪਾਂ ਨੂੰ ਕੈਪੀਟਲ ਸਪੈਸ਼ਲੀ ਪੁੱਛ ਸਕਦੇ ਆ ਬਿਕੋਜ਼ ਇਹ ਆਪਣੀ ਨਾਰਥ ਈਸਟਰਨ ਸਟੇਟ ਹੈ। ਤਾਂ ਅਸਮ ਦੀ ਕੈਪੀਟਲ ਹੈ ਜੀ ਦਿਸਪੁਰ। ਅਤੇ ਫੋਕ ਡਾਂਸ ਕਿਹੜਾ ਇਹਦਾ? ਬੀਹੂ। ਬੀਹੂ 'ਤੇ ਤੁਸੀਂ ਦੋ ਯਾਦ ਰੱਖ ਸਕਦੇ, ਬਿਛੂਆ, ਬੀਹੂ ਐਂਡ ਬਿਛੂਆ। ਇਹਨੂੰ ਤੁਸੀਂ ਇੱਦਾਂ ਅਸਮ ਕੀ ਬਹੂ ਕਾ ਬਿਛੂਆ, ਹੈ ਨਾ, ਇੱਦਾਂ ਯਾਦ ਰੱਖ ਸਕਦੇ ਹੋ। ਅਸਮ ਕੀ ਬਹੂ ਕਾ ਬਿਛੂਆ ਇੱਦਾਂ ਯਾਦ ਰੱਖ ਸਕਦੇ ਹੋ। ਅਤੇ ਬੀਹੂ ਅਤੇ ਬਿਛੂਆ ਦੋ ਫੋਕ ਡਾਂਸਿਸ ਹੈ ਜੋ ਕਿ ਫੇਮਸ ਹੈ ਅਸਮ ਦੇ। ਠੀਕ ਹੈ ਜੀ। ਅਸਮ ਦੀ ਕੈਪੀਟਲ ਕੀ ਹੈ? ਦਿਸਪੁਰ, ਹੈ ਨਾ। ਆਪਾਂ ਯਾਦ ਕਰ ਚੁੱਕੇ ਸੀ ਕੈਪੀਟਲਸ ਸਾਰੀਆਂ। ਮਹਾਰਾਸ਼ਟਰ ਦੀ ਕੈਪੀਟਲ ਹੈ ਮੁੰਬਈ। ਆਈ ਹੋਪ ਤੁਸੀਂ ਸਾਰੀ ਕੈਪੀਟਲਸ ਨੂੰ ਯਾਦ ਕਰ ਲਿਆ ਹੋਊਗਾ। ਉੜੀਸਾ ਦੀ ਕੈਪੀਟਲ ਕੀ ਹੈ ਜੀ? ਭੁਵਨੇਸ਼ਵਰ, ਵੈਰੀ ਇੰਪੋਰਟੈਂਟ, ਭੁਵਨੇਸ਼ਵਰ। ਅਤੇ ਉੱਤਰਾਖੰਡ ਦੀ ਕੈਪੀਟਲ ਹੈ ਦੇਹਰਾਦੂਨ, ਵੈਰੀ ਇੰਪੋਰਟੈਂਟ। ਠੀਕ ਹੈ, ਸਾਰੀ ਕੈਪੀਟਲਸ ਆਪਾਂ ਨੂੰ ਯਾਦ ਹੋਣੀ ਚਾਹੀਦੀ। ਇਸ ਤੋਂ ਇਲਾਵਾ ਅਸਮ ਦਾ ਤਾਂ ਆਪਾਂ ਯਾਦ ਰੱਖ ਲਿਆ ਫੋਕ ਡਾਂਸ। ਇਸ ਤੋਂ ਇਲਾਵਾ ਆਪਾਂ ਯਾਦ ਰੱਖਣਾ ਮਹਾਰਾਸ਼ਟਰ ਦਾ। ਮਹਾਰਾਸ਼ਟਰ ਦਾ ਜਿਹੜਾ ਫੇਮਸ ਤੁਹਾਨੂੰ ਪੁੱਛਿਆ ਜਾਂਦਾ ਲਾਵਨੀ, ਇਹ ਬਹੁਤ ਇੰਪੋਰਟੈਂਟ ਹੈ ਜੀ, ਮੋਸਟ ਇੰਪੋਰਟੈਂਟ। ਇਹਨੂੰ ਤਾਂ ਤੁਸੀਂ ਬਸ ਵੈਰੀ ਵੈਰੀ ਇੰਪੋਰਟੈਂਟ ਲਿਖ ਲਓ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਲਾਵਨੀ ਆਪਾਂ ਨੂੰ ਬਹੁਤ ਪੁੱਛਿਆ ਜਾਂਦਾ। ਲਾਵਨੀ ਕਿੱਥੇ ਹੁੰਦਾ ਜੀ? ਮਹਾਰਾਸ਼ਟਰ ਦੇ ਵਿੱਚ। ਠੀਕ ਹੈ, ਇੰਪੋਰਟੈਂਟ ਹੈ। ਚਲਦੇ ਜੀ ਆਪਣੇ ਸੈਕਿੰਡ ਕੁਐਸਚਨ ਦੇ ਉੱਤੇ। ਸੈਕਿੰਡ ਕੁਐਸਚਨ ਹੈ ਸਾਇੰਸ ਦਾ ਕੁਐਸਚਨ ਹੈ। ਬੌਕਸਾਈਟ ਇਜ਼ ਐਨ ਓਰ ਮਿਨਰਲ ਆਫ, ਵੈਰੀ ਵੈਰੀ ਇੰਪੋਰਟੈਂਟ ਕੁਐਸਚਨ। ਦੇਖੋ ਓਰਸ ਕੀ ਹੁੰਦੀ ਹੈ? ਜੋ ਆਪਾਂ ਨੂੰ ਖਣਿਜ, ਜੋ ਆਪਾਂ ਨੂੰ ਰੌਕਸ ਤੋਂ ਮਿਲਦਾ, ਆਪਾਂ ਨੂੰ ਚੱਟਾਨਾਂ ਦੀ, ਹੈ ਨਾ, ਮਾਈਨਿੰਗ ਕੀਤੀ ਜਾਂਦੀ ਹੈ, ਦੈਨ ਉਹਨਾਂ 'ਚੋਂ ਆਪਾਂ ਨੂੰ ਖਣਿਜ ਮਿਲਦਾ, ਓਰ ਮਿਲਦੀ ਹੈ। ਫਿਰ ਉਹਨਾਂ ਦੇ ਵਿੱਚੋਂ ਜਾ ਕੇ ਆਪਾਂ ਨੂੰ ਮੈਟਲ, ਨੋਨ ਮੈਟਲ ਐਲੀਮੈਂਟਸ ਮਿਲਦੇ ਨੇ। ਤਾਂ ਬੌਕਸਾਈਟ ਕਿਹਦੀ ਓਰ ਹੈ? ਬੌਕਸਾਈਟ ਹੈ ਜੀ ਐਲੂਮੀਨੀਅਮ। ਜੋ ਆਪਾਂ ਘਰਾਂ ਦੇ ਵਿੱਚ ਨੋਰਮਲੀ ਆਪਾਂ ਘਰਾਂ ਦੇ ਵਿੱਚ ਐਲੂਮੀਨੀਅਮ ਯੂਜ਼ ਕਰਦੇ ਹੀ ਹਾਂ, ਹੈ ਨਾ। ਤਾਂ ਡੋਰਸ ਬਣਦੇ ਆ, ਵਿੰਡੋਜ਼ ਬਣਦੀ ਹੈ ਐਲੂਮੀਨੀਅਮ, ਉਹਦੀ ਜਿਹੜੀ ਓਰ ਹੈ ਕਾਫੀ ਇੰਪੋਰਟੈਂਟ ਹੈ। ਇਹਦਾ ਨਾਮ ਹੈ ਬੌਕਸਾਈਟ, ਵੈਰੀ ਇੰਪੋਰਟੈਂਟ ਕੁਐਸਚਨ। ਐਲੂਮੀਨੀਅਮ ਦਾ ਸਿੰਬਲ ਆਪਾਂ ਯਾਦ ਰੱਖਣਾ ਹੈ, ਸਿੰਬਲ ਹੈ ਜੀ AL, AL। ਚਲੋ, ਤਾਂ ਆਪਣੇ ਪੁਰਾਣੇ ਰਿਵਾਜ਼ ਦੀ ਤਰ੍ਹਾਂ ਆਪਾਂ ਬਾਕੀ ਆਪਸ਼ਨਸ ਨੂੰ ਵੀ ਡਿਸਕਸ ਕਰਾਂਗੇ। ਬਰੀਲੀਅਮ, ਬਰੀਲੀਅਮ ਦਾ ਸਿੰਬਲ ਹੈ ਜੀ BE। ਠੀਕ ਹੈ। ਲੈਡ ਦਾ ਸਿੰਬਲ ਕੀ ਹੈ? ਲੈਡ ਦਾ ਸਿੰਬਲ ਹੈ PB, PB ਪੰਜਾਬ, ਹੈ ਨਾ, ਲੈਡ। ਅਤੇ ਟਿਨ ਦਾ ਸਿੰਬਲ ਹੈ SN, ਟਿਨ ਦਾ ਸਿੰਬਲ ਹੈ ਜੀ SN। ਹੁਣ ਇੱਕ ਆਪਾਂ ਨੂੰ ਕੁਐਸਚਨ ਇੱਥੋਂ ਹੋਰ ਬਣ ਕੇ ਆਉਂਦਾ ਸਟੈਟਿਕ ਜੀਕੇ ਵਿੱਚ, ਦੱਸੋ ਜੀ ਲੈਡ ਦੀ ਔਰ ਦਾ ਨਾਮ ਕੀ ਹੈ? ਵੈਰੀ ਇੰਪੋਰਟੈਂਟ। ਅਤੇ ਲੈਡ ਦੀ ਔਰ ਦਾ ਨਾਮ ਹੈ ਜੀ ਗੈਲੇਨਾ, GALENA, ਗੈਲੇਨਾ। ਅਤੇ ਗੈਲੇਨਾ ਦਾ ਸਿੰਬਲ ਹੈ ਜੀ PBS, ਵੈਰੀ ਇੰਪੋਰਟੈਂਟ। ਚਲੋ ਚਲਦੇ ਹਾਂ ਜੀ ਥਰਡ ਕੁਐਸਚਨ 'ਤੇ। ਜ਼ਾਈਲਮ ਸਾਇੰਸ ਦਾ ਇੰਪੋਰਟੈਂਟ ਕੁਐਸਚਨ ਹੈ। ਜ਼ਾਈਲਮ ਹੈਲਪਸ ਇਨ ਦਾ ਟਰਾਂਸਪੋਰਟੇਸ਼ਨ ਆਫ ਵਿਚ ਆਫ ਦਾ ਫੋਲੋਇੰਗ। ਤਾਂ ਜ਼ਾਈਲਮ ਕੀ ਹੈ? ਦੇਖੋ ਦੋ ਤਰ੍ਹਾਂ ਦੇ ਟਿਸ਼ੂਜ਼ ਹੁੰਦੇ ਨੇ। ਦੇਖੋ ਪਹਿਲੀ ਚੀਜ਼ ਤਾਂ ਆਪਾਂ ਯਾਦ ਰੱਖਣੀ ਹੈ, ਇਹ ਆਪਣੇ ਪਲਾਂਟਸ ਦੀ ਜਿਹੜੀ ਰੂਟਸ ਹੁੰਦੀ ਹੈ ਨਾ। ਰੂਟਸ ਤੋਂ ਕੀ ਹੁੰਦਾ? ਉੱਪਰ ਜਿਹੜਾ ਪਲਾਂਟ ਹੈ ਉੱਥੇ ਕੀ ਹੈ? ਦੋ ਚੀਜ਼ਾਂ ਟਰੈਵਲ ਕਰਦੀਆਂ ਨੇ, ਨਿਊਟਰੀਐਂਟਸ, ਮਤਲਬ ਮੇਨ ਤਿੰਨ ਚੀਜ਼ਾਂ ਟਰੈਵਲ ਕਰਦੀਆਂ ਨੇ। ਇੱਕ ਤਾਂ ਵਾਟਰ ਉੱਪਰ ਜਾਂਦਾ ਹੈ, ਇਹ ਆਪਾਂ ਪੜ੍ਹਿਆ ਸੀ ਕਿਹੜਾ ਐਕਸ਼ਨ ਹੁੰਦਾ? ਕੈਪਲਰੀ ਐਕਸ਼ਨ। ਇਹ ਆਪਾਂ ਪਿਛਲੇ ਲੈਕਚਰਸ ਵਿੱਚ ਡਿਸਕਸ ਕੀਤਾ ਸੀ, ਕੈਪਲਰੀ ਐਕਸ਼ਨ। ਰੂਟਸ ਤੋਂ ਪਾਣੀ ਉੱਪਰ ਕਿਵੇਂ ਜਾਂਦਾ ਹੈ? ਬਾਏ ਦ ਐਕਸ਼ਨ ਆਫ ਕੈਪਲਰੀ ਐਕਸ਼ਨ। ਠੀਕ ਹੈ। ਵਾਟਰ ਵੀ ਉੱਪਰ ਜਾਂਦਾ ਹੈ, ਫੂਡ ਵੀ ਉੱਪਰ ਜਾਂਦਾ ਹੈ, ਨਿਊਟਰੀਐਂਟਸ ਵੀ ਉੱਪਰ ਜਾਂਦੇ ਨੇ, ਹੈ ਨਾ। ਰੂਟਸ ਦੀ ਹੈਲਪ ਨਾਲ ਹੀ ਸਾਰੀ ਚੀਜ਼ਾਂ ਉੱਪਰ ਜਾਂਦੀਆਂ। ਤਾਂ ਦੋ ਟਿਸ਼ੂਜ਼ ਤੁਸੀਂ ਯਾਦ ਰੱਖਣੇ ਆ, ਇੱਕ ਤਾਂ ਹੈ ਜ਼ਾਈਲਮ। ਤਾਂ ਜ਼ਾਈਲਮ ਕਿਹਦੇ ਵਿੱਚ ਹੈਲਪ ਕਰਦਾ ਹੈ? ਵਾਟਰ ਸੋਲਿਊਬਲਸ, ਯਾਨੀ ਕਿ ਪਾਣੀ ਨੂੰ ਉੱਪਰ ਲੈ ਕੇ ਜਾਣ ਦੇ ਵਿੱਚ ਕਿਹੜਾ ਟਿਸ਼ੂ ਹੈਲਪ ਕਰਦਾ ਹੈ? ਜ਼ਾਈਲਮ। ਅਤੇ ਜੇ ਆਪਾਂ ਨੂੰ ਫੂਡ ਪੁੱਛ ਲੈਣ, ਫੂਡ ਯਾਨੀ ਕਿ ਨਿਊਟਰੀਐਂਟ ਜਿਹੜੇ ਨੇ, ਫੂਡ, ਉਹ ਕਿਵੇਂ ਉੱਪਰ ਜਾਂਦਾ ਹੈ? ਉਹ ਜਾਂਦਾ ਜੀ ਫਲੋਇਮ ਟਿਸ਼ੂ ਦੀ ਹੈਲਪ ਨਾਲ। ਤਾਂ ਦੋ ਟਿਸ਼ੂਜ਼ ਯਾਦ ਰੱਖਣੇ, ਇੱਕ ਜ਼ਾਈਲਮ ਅਤੇ ਫਲੋਇਮ। ਦੋ ਹੀ ਕੁਐਸਚਨ ਪੁੱਛੇ ਜਾਣਗੇ। ਤਾਂ ਜ਼ਾਈਲਮ ਕਿਹਦੀ ਹੈਲਪ ਨਾਲ ਜਾਂਦਾ ਹੈ? ਵਾਟਰ, ਮਤਲਬ ਜ਼ਾਈਲਮ ਦੀ ਹੈਲਪ ਨਾਲ ਕਿਹੜਾ ਜਾਂਦਾ? ਵਾਟਰ। ਅਤੇ ਫਲੋਇਮ ਦੀ ਹੈਲਪ ਨਾਲ ਕਿਹੜਾ ਜਾਂਦਾ? ਫੂਡ। ਤਾਂ ਦੇਖੋ ਫੂਡ ਦੇ ਵਿੱਚ ਸਾਊਂਡ ਆਉਂਦੀ ਹੈ F ਦੀ, ਉਵੇਂ ਫਲੋਇਮ ਦੇ ਵਿੱਚ ਵੀ ਆਪਾਂ ਨੂੰ ਸਾਊਂਡ ਆਉਂਦੀ ਹੈ ਫ ਦੀ।
ਫੂਡ ਫਰ ਫਲੋਇਮ, ਠੀਕ ਹੈ, ਤਾਂ ਇੱਦਾਂ ਯਾਦ ਹੋ ਜੂਗਾ। ਤੇ ਜ਼ਾइलम ਹੈਲਪ ਕਰਦਾ ਹੈ ਟਰਾਂਸਪੋਰਟੇਸ਼ਨ ਆਫ ਵਾਟਰ ਸੋਲਿਬਲਸ। ਵੈਰੀ ਵੈਰੀ ਇੰਪੋਰਟੈਂਟ ਕੁਐਸਚਨ। फोर्थ क्वेश्चन है, वॉज द फर्स्ट चीफ मिनिस्टर ऑफ उत्तर प्रदेश। उत्तर प्रदेश का अपना फर्स्ट चीफ मिनिस्टर दसना है, ठीक है। ਇਹਦਾ ਇਹ ऑप्शन करेक्ट आंसर है गोबिंद बल्लभ पंत। गोबिंद बल्लभ पंत ਇਹ ਹੈ ਜੀ ਆਪਣੇ ਉੱਤਰ ਪ੍ਰਦੇਸ਼ ਦੇ ਪਹਿਲੇ ਚੀਫ ਮਿਨਿਸਟਰ। ਅੱਛਾ, ਜੇ ਅੱਜ ਦੀ ਗੱਲ ਪੁੱਛ ਲੈਣ ਤਾਂ ਕਰੰਟ ਅਫੇਅਰ ਦੇ ਵਿੱਚ ਆਪਾਂ ਨੂੰ ਕੁਐਸਚਨ ਆ ਸਕਦਾ ਅੱਜ ਕੌਣ ਹੈ ਜੀ? ਅੱਜ ਹੈ ਆਪਣੇ योगी आदित्यनाथ। योगी आदित्यनाथ, वेरी इंपॉर्टेंट, ठीक है जी। हुण आपां नूं होर की क्वेश्चन बन सकते हैं उत्तर प्रदेश से। उत्तर प्रदेश की कैपिटल याद होनी चाहिए है। कैपिटल की है लखनऊ। रिवाइज कर रहे हैं ना, जोड़े न्यू स्टूडेंट्स देख रहे हैं याद रखना है लख। जो अपना लक अच्छा होगा तो ही अपन एग्जाम के सारे उत्तर आते होंगे। लक तो सारे उत्तर आते होंगे। तो उत्तर प्रदेश की कैपिटल है लखनऊ। होर अपन उत्तर प्रदेश से क्वेश्चन ये बन सकता है भी उत्तर प्रदेश इज़ ऑल्सो नोन एज शुगर बाउल ऑफ इंडिया। वेरी इंपॉर्टेंट, ठीक है। देखो नाल नाल जे तुसी सीरीज़ नूं फॉलो कर रहे हो तो नाल तुहाडी रिवीजन भी हो रही है। तो शुगर बाउल ऑफ इंडिया किनूं बोलते हैं? उत्तर प्रदेश। नैक्सट चीज़ अपन नूं की क्वेश्चन आ सकता है उत्तर प्रदेश दे विच की है जी मैक्सीमम पॉपूलेशन। वेरी इंपॉर्टेंट, सब तो ज़्यादा पॉपूलेशन वाला अपना स्टेट किहड़ा जी? उत्तर प्रदेश। वेरी इंपॉर्टेंट क्वेश्चन। इंडिया च सारी स्टेट्स दे विचों मैक्सीमम पॉपूलेशन है उत्तर प्रदेश की। नैक्सट है जी फिफ्थ क्वेश्चन। फिफ्थ क्वेश्चन है हैडकुआटर्स ऑफ फूड एंड एग्रीकल्चर ऑर्गेनाइजेशंस। देखो अपन एग्रीकल्चर सॉरी अपन हैडकुआटर्स से क्वेश्चन जरूर आता। अपन किसी भी एजेंसी का नाम दे देंगे, अपन हैडकुआटर्स पूछ ले जाते। इस तो पहले आप बहुत डिस्कस की हैं, लाइक यूनैस्को हो गया, UN हो गया, इंटरनेशनल कोर्ट ऑफ जस्टिस हो गया, WHO हो गया, वर्ल्ड ट्रेड ऑर्गेनाइजेशन हो गया। अज नवी अपने अगे फूड एंड एग्रीकल्चर ऑर्गेनाइजेशन, फूड एंड एग्रीकल्चर ऑर्गेनाइजेशन FAO है ना, FAO। दूसरा, अच्छा ये पहला आंसर देख लेने। फूड एंड एग्रीकल्चर ऑर्गेनाइजेशन के हैडकुआटर है रोम। हूँ मैं तुम्हें ये भी याद दसो भी याद किमें करना है, ठीक है, रोम। दूसरा तुम याद रखना है WFP। WFP की फुल फॉर्म है जी वर्ल्ड फूड प्रोग्राम। वर्ल्ड फूड प्रोग्राम। हुण तुसीं एक चीज़ तो देख ही रहे हो भी कॉमन की है फूड, आ भी फूड नाल रिलेटिड है तो आ भी फूड नाल रिलेटिड है। हुण फूड याद किमें रखना है? रोम की कैपिटल की है? इटली, है ना। तो इटली की है? इटली नूं आपां की, इटली का नाम सुन के आपां नूं किहड़ी खाण वाली चीज़ याद आती है? इडली याद आती है जी मैनूं तां। इडली, तो इडली की एक फूड है ना, उन्होंने आप खाने। तो इडली, इटली की कैपिटल है रोम। तो कैपिटल्स देखो याद होंगे तो तुहाडे लई आंसर देना बहुत ईजी हो जाएगा। तो फूड नाल रिलेटेड है, फूड इडली है, इडली का कैपिटल है रोम, तो सिंपली आंसर हो जाएगा रोम, ठीक है जी। तो FAO एंड वर्ल्ड फूड प्रोग्राम दोनों की हो जाएगी रोम। रोम का एक निकनेम भी है। रोम नूं होर की बोलिया जाता है? एटरनल सिटी, याद होगा है ना। बदाम खाते होंगे रोज़, पढ़िया सी आपां। एटरनल सिटी किनूं बोलते? रोम नूं। बाकी ऑप्शनस भी देख लेने। वियना, वियना की कैपिटल है जी ऑस्ट्रिया। आस्ट्रेलिया नहीं बोलना इनू, ये ऑस्ट्रिया। ऑस्ट्रिया की कैपिटल है वियना, यूरोपियन कंट्री है। रोम इटली की कैपिटल है। वाशिंगटन DC की कैपिटल है USA। एंड जिनेवा इज़ द सिटी इन द स्विट्जरलैंड। स्विट्जरलैंड की कैपिटल नहीं है, स्विट्जरलैंड की सिटी है, शहर है एक जिनेवा। तो जिनेवा के विच आपां याद किते सी जी WHO के हैडकुआटर्स हो गए, वर्ल्ड ट्रेड ऑर्गेनाइजेशन के हो गए, इंटरनेशनल लेबर ऑर्गेनाइजेशन, काफ़ी ज़्यादा हैडकुआटर्स अपने जिनेवा स्विट्जरलैंड के विच है। स्विट्जरलैंड की करंसी आपां याद की सी स्विस फ्रैंक। स्विट्जरलैंड इज़ ऑल्सो नोन एज प्लेग्राउंड ऑफ यूरोप, कश्मीर ऑफ यूरोप, ये दोनों के निकनेम है ना। तो वेरी इंपॉर्टेंट है जी ये सारिया चीज़ां। चलते जी अपने 6 क्वेश्चन थे। RBC आर फॉर्मड इन द डैश इन द एडल्ट। सब तो पहला RBC की फुल फॉर्म याद रखनी है। RBC की फुल फॉर्म है रेड ब्लड सैल्स। देखो अपने ब्लड के सैल्स होंगे ने RBC, रेड ब्लड सैल्स है ना, हीमोग्लोबिन के अंदर। तो इंपॉर्टेंट है RBCs कहते बनते कितने ने? ਇਹਦਾ आंसर हो जाएगा जी सैकेंड ऑप्शन, रैड बोन मैरो। रैड बोन मैरो के अंदर बनते हैं। हुण आपां नूं यह भी पता होना चाहिए भी रैड बोन मैरो कित्थे बनता है, रैड बोन मैरो प्रेजेंट कित्थे हुंदा है? ये प्रेजेंट हुंदा अपनी बोन्स के विच, अपनी हड्डियां दे विच प्रेजेंट हुंदा है ना। हड्डियां दे अंदर जिहड़ी फीलिंग हुंदी है रैड बोन मैरो हुंदी है, उहदे अंदर बनते हैं RBCs। हुण RBCs की लाइफ ते अपन क्वेश्चन आऊगा, RBCs की लाइफ कितनी हुंदी है? 120 डेज़। ये भी साइंस का मोस्ट वॉन्टिड क्वेश्चन है, मोस्ट वॉन्टिड, जिन्हों पेपर वाले ढूंढते रहते हैं। 14 मुल्कों के जोड़े पेपर वाले है ना सारे, जिवें डॉन ढूंढ रहे थे उवें सारे एग्जामिनर इस क्वेश्चन को स्पैशली लभते हैं। 120 दिनों की लाइफ होंगी है RBCs की। होर की क्वेश्चन आऊगा RBCs का दूसरा नाम दसो जी, दस दें आप बिल्कुल, अरिथ्रोसाइट्स। RBC
RBC का दूसरा नाम की है एरिथ्रोसाइट्स, ERTHRO एरिथ्रोसाइट्स, वेरी इंपॉर्टेंट। ठीक है, तो होर की क्वेश्चन आ सकता है। हाँ, बोन्स की आप गल कर रहे सी, स्टडी ऑफ बोन्स, स्टडी ऑफ बोन्स नूं की बोलिया जाता है? स्टडी ऑफ बोन्स इज़ नोन एज ऑस्टियोलॉजी, वेरी इंपॉर्टेंट, क्योंकि बोन्स नूं ऑस्टियो बोलिया जाता है। ऑस्टियोलॉजी इज़ द स्टडी ऑफ बोन्स। हुण बोन्स RBCs बनते कितने हैं, आप हुणे पढ़िया रेड बोन मैरो, रेड बोन मैरो है प्रेजेंट। अपने क्वेश्चन होर बनूगा, क्वेश्चन की बनूगा RBCs डिस्ट्रॉय कितने होंगे, खत्म कितने हो जाते? तो खत्म हो जाते स्पलीन के अंदर, अपनी बॉडी प्रेजेंट होंगी है स्पलीन, स्पलीन के अंदर खत्म हो जाते हैं, बोन मैरो के अंदर बनते हैं। ठीक है जी, चलते जी 6 क्वेश्चन। हु इज़ द सुप्रीम कमांडर इन चीफ ऑफ आर्म्ड फोर्सेज इन द कंट्री? वेरी इंपॉर्टेंट क्वेश्चन, इन द मोस्ट इंपॉर्टेंट लिख लो। सुप्रीम कमांडर इन चीफ मतलब सुप्रीम मतलब सर्वोच्च, कमांडर इन चीफ ऑफ आर्म्ड फोर्सेज। अपने 3 तरह की आर्म्ड फोर्सेज है, लाइक एयर फोर्स हो गया है ना, दैन अपनी नेवी होगी, दैन अपनी मिलटरी होगी है ना, नेवी होगी, तीसरी अपनी एयरफोर्स होगी, आर्मी होगी। तो इन्होंने तीनों आर्म्ड फोर्सेज का सुप्रीम कमांडर कौन होंगे? वैसे तो इन्होंने तीनों के चीफ होंगे ने, पर जोड़ा अपना प्रेजिडेंट है वो खुद इन्हों का की होंगे सुप्रीम कमांडर, वो सब तो उच्चा सर्वोच्च कमांडर होंगे। ठीक है, आपको पॉलिटी का बेस्ट क्वेश्चन है। पॉलिटी च क्वेश्चन ये भी आऊगा भी इन्हों के जोड़े चीफ है, इन्हों के चीफ को अपॉइंट कौन करता है? तो इन्हों के जोड़े चीफ है उन्होंने अपॉइंट कौन करते हैं? प्रेजिडेंट। प्रेजिडेंट इन्हों के चीफ को अपॉइंट भी करता है, तो खुद भी की होंगे इन्हों सुप्रीम कमांडर होंगे है ना। प्रेजिडेंट से अपन क्वेश्चन होर आ सकता है, प्रेजिडेंट इज़ द फर्स्ट सिटीजन ऑफ इंडिया, भारत के पहले नागरिक किन्नू कहा जाता है? प्रेजिडेंट। अपने इंडिया के वैसे पहले प्रेजिडेंट कौन सी? फर्स्ट प्रेजिडेंट, तो फर्स्ट प्रेजिडेंट कौन सी? राजेंद्र प्रसाद। राजेंद्र प्रसाद इज़ द फर्स्ट प्रेजिडेंट ऑफ इंडिया। तो जो हुण पुछ लें जी हुण कौन है प्रेजेंट, जो मैं अज वीडियो बना रहे हैं 29 जून 2020 के, तो हुण अपने प्रेजिडेंट है जी रामनाथ कोविंद, रामनाथ कोविंद। ठीक है, ये भी याद रखना है। अच्छा, डिफेंस मिनिस्टर कौन है अपने? राजनाथ सिंह। ठीक है, नाल मैं तुहानूं करंट अफेयर भी कवर करा रहे हैं, राजनाथ सिंह। ठीक है, ये भी आप याद रखना है। प्राइम मिनिस्टर तुहानूं पता ही है जी नमो नमो नरेंद्र मोदी। चलो 7th क्वेश्चन है, लावनी इज़ द डांस फॉर्म ऑफ स्टेट ऑफ इंडिया। फिर अपन क्वेश्चन है देखो वेरी इंपॉर्टेंट, लावनी आप हुणे डिस्कस करके ऐसे ईजिली आंसर दे सकते हो। लावनी है जी महाराष्ट्र का, वेरी इंपॉर्टेंट, मैं तुहानूं क्या भी सी याद रखना है, महाराष्ट्र का फेमस डांस फॉर्म। बहुत बारी देखो ये क्वेश्चन एग्जाम च पूछा गया तो तुहानूं पूछा जाऊगा, जरूर याद रखना है। ठीक है, बाकी भी आप डिस्कस कर लें। आंध्र प्रदेश का, आंध्र प्रदेश होंगे कुचिपुड़ी, कुचिपुड़ी आंध्र प्रदेश का फेमस है जी कुचिपुड़ी। ठीक है, गुजरात का किहड़ा है? गुजरात के तुसीं 2 याद रखने, एक है गरबा, दूसरा है डांडिया। गरबा एंड डांडिया ये दोनों कित्थे दे? गुजरात के। ठीक है, बाकी आप होर कुछ देख लें। कैपिटल्स, महाराष्ट्र की कैपिटल है मुंबई है ना, गुजरात की कैपिटल है गांधीनगर, मध्य प्रदेश की कैपिटल है भोपाल, तो आंध्र प्रदेश की कैपिटल है अमरावती। ये सारी कैपिटल्स है। ठीक है, आंध्र प्रदेश से अपना होर क्वेश्चन क्या होगा? आंध्र प्रदेश इज़ नोन एज राइस बाउल ऑफ इंडिया, वेरी इंपॉर्टेंट। राइस बाउल ऑफ इंडिया किनू बोलिया जाता है? आंध्र प्रदेश, वेरी वेरी इंपॉर्टेंट। ठीक है जी, चलो 8th क्वेश्चन है, विच ऑफ द फॉलोइंग डिस्ट्रिक्ट्स ऑफ मध्य प्रदेश इज़ फेमस फॉर गोल्ड माइनस। ये क्वेश्चन क्यों इंपॉर्टेंट है? बिकॉज ये रेलवे एग्जाम के क्वेश्चन बहुत बार पूछे गए। रीसेंटली हुण जिहड़े रेलवे एग्जाम होए सी, किसी एग्जाम के शिफ्ट के क्वेश्चन पूछा गया सी, तो काफ़ी इंपॉर्टेंट क्वेश्चन है। मध्य प्रदेश का वो शहर का नाम दसना है जिथे डायमंड दी माइनस है, मतलब उत्थे इदां दी चट्टाना है जिहदे विचों आपां नूं डायमंड मिलदा है ना। तो मैं तो कहना सारे उत्थे ही चले जाओ तो डायमंड जाके ढूंढो लभो। तो उस शहर का नाम है जी पन्ना, वेरी इंपॉर्टेंट, पन्ना। तो पन्ना नैशनल पार्क भी है वैसे, पर पन्ना फेमस है डायमंड माइनस लिए मध्य प्रदेश के। मध्य प्रदेश की आप कैपिटल याद की है जी भोपाल। मध्य प्रदेश के पहले 2 वर्ड्स माँ, भोपाल के पहले 4 वर्ड्स बाप, माँ बाप। मध्य प्रदेश की कैपिटल है भोपाल। ठीक है, वेरी इंपॉर्टेंट। होर अपन की क्वेश्चन बन सकते हैं। हाँ, उज्जैन ते अपन क्वेश्चन बनूगा। उज्जैन वैसे अपन पता ही कुंभ मेला लगता है ना उज्जैन के, तो उज्जैन ते क्वेश्चन आता है, उज्जैन केड़ी नदी के किनारे है? तो उज्जैन इज़ ऑन द बैंक ऑफ रिवर शिप्रा। उज्जैन अपनी शिप्रा नदी के किनारे, वेरी वेरी इंपॉर्टेंट। ठीक है जी, ये भी क्वेश्चन एग्जाम पूछा जाऊगा। रिवर साइड सिटीज़ मैं तुम्हें पहला कराई चुकिया जी, जिमें मैं तुम्हें पेरिस कराया सी, पेरिस कित्थे है? सी नदी के किनारे है ना। न्यू दिल्ली कित्थे है? यमुना नदी के किनारे है। टोक्यो
ਟੋਕਿਓ ਕਿਹਦੇ ਕਿਨਾਰੇ ਆ? ਅਰਾਕਾਵਾ ਨਦੀ। ਪਿਛਲੀ ਸੀਰੀਜ਼ ਦੇ ਵਿੱਚ ਮੈਂ ਤੁਹਾਨੂੰ ਦੱਸ ਚੁੱਕਿਆ, ਜੋ ਸਟੂਡੈਂਟਸ ਇਸ ਸੀਰੀਜ਼ ਨੂੰ ਨਵਾਂ ਦੇਖ ਰਹੇ ਨੇ ਉਹ ਸਾਰੀਆਂ ਪਿਛਲੀ ਸੀਰੀਜ਼ ਨੂੰ ਦੇਖ ਲਓ, ਹੈ ਨਾ। ਉਹਨਾਂ ਦੇ ਵਿੱਚ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਚੀਜ਼ਾਂ ਦੱਸੀ, ਇਹ ਕੁਐਸਚਨ ਆਪਾਂ ਨੂੰ ਬਣਦੇ ਨੇ ਐਗਜ਼ਾਮ ਦੇ ਵਿੱਚ, ਠੀਕ ਹੈ। ਵੈਸੇ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਐਜ਼ ਏ ਸਿਟੀਜ਼ਨ, ਹੈ ਨਾ, ਆਪਣੀ ਕੰਟਰੀ ਬਾਰੇ, ਆਪਣੇ ਆਸ-ਪਾਸ ਜੋ ਵੀ ਚੀਜ਼ਾਂ ਨੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਥੋੜ੍ਹਾ ਬਹੁਤ। ਚਲੋ 9th ਕੁਐਸਚਨ ਹੈ, ਰੈਡ ਡੇਟਾ ਬੁੱਕ ਪ੍ਰੋਵਾਈਡਸ ਐਨ ਅਕਾਊਂਟ ਫॉर। ਦੇਖੋ ਇੱਕ ਬੁੱਕ ਹੁੰਦੀ ਹੈ ਰੈਡ ਡੇਟਾ ਬੁੱਕ, ਵੈਸੇ ਨਾਮ ਹੀ ਵੈਸੇ ਰੈਡ ਕੀ ਹੈ? ਦੇਖੋ ਰੈਡ ਵੈਸੇ ਹੀ ਖਤਰੇ ਦਾ ਨਿਸ਼ਾਨ ਹੈ ਨਾ, ਤਾਂ ਜਦੋਂ ਖਤਰੇ ਦਾ ਨਿਸ਼ਾਨ ਹੈ ਤਾਂ ਰੈਡ ਡੇਟਾ ਬੁੱਕ ਆਪਾਂ ਇਜ਼ੀਲੀ ਦੱਸ ਸਕਦੇ ਹਾਂ। ਇਹਦਾ ਆਨਸਰ ਹੈ ਸੈਕਿੰਡ ਆਪਸ਼ਨ। ਇੱਕ ਪਰਟੀਕੂਲਰ ਬੁੱਕ ਹੈ ਜਿਹਦੇ ਵਿੱਚ ਕਿੰਨਾ ਐਨੀਮਲਸ ਅਤੇ ਪਲਾਂਟਸ ਦੀ ਲਿਸਟ ਹੁੰਦੀ ਹੈ, ਇਹਨਾਂ ਦੇ ਵਿੱਚ ਐਂਡੇਂਜਰਡ ਪਲਾਂਟਸ ਐਂਡ ਐਨੀਮਲ ਦੀ ਲਿਸਟ ਹੈ, ਯਾਨੀ ਕਿ ਉਹ ਪਲਾਂਟਸ ਐਂਡ ਐਨੀਮਲਸ ਜਾਂ ਫੰਗਸ ਜਾਂ ਕੋਈ ਵੀ ਚੀਜ਼ ਜੋ ਕਿ ਐਂਡੇਂਜਰਡ ਹੈ, ਜਿਨ੍ਹਾਂ ਨੂੰ ਖਤਰਾ ਹੈ, ਜੋ ਐਕਸਟਿੰਕਟ ਹੋ ਸਕਦੇ ਆ, ਜੋ ਵਿਲੁਪਤ ਹੋ ਸਕਦੇ। ਤਾਂ ਜੋ ਵੀ ਜਿਵੇਂ ਰੀਸੈਂਟਲੀ ਜਿਵੇਂ ਸੀਗਾ, ਆਪਾਂ ਕਹਿੰਦੇ ਵੀ ਇੰਡੀਆ ਦੇ ਵਿੱਚ ਟਾਈਗਰ ਬਹੁਤ ਘੱਟ ਗਏ ਸੀ, ਹੈ ਨਾ, ਫਿਰ ਇਹਨਾਂ ਨੂੰ ਮਤਲਬ ਇਹਨਾਂ ਦੀ ਲਿਸਟ ਵਿੱਚ ਐਡ ਕਰ ਦਿੱਤਾ ਜਾਂਦਾ, ਫਿਰ ਇਹਨਾਂ ਦੇ ਸੰਰਕਸ਼ਣ ਦੀ ਗੱਲ ਹੋ ਜਾਂਦੀ ਹੈ ਤਾਂ ਕਿ ਇਹਨਾਂ ਨੂੰ ਬਚਾਇਆ ਜਾਣਾ ਚਾਹੀਦਾ। ਤਾਂ ਰੈਡ ਡੇਟਾ ਬੁੱਕ ਦੇ ਵਿੱਚ ਇਹੀ ਹੁੰਦਾ ਵੀ ਜਿਹੜੇ ਖਤਰੇ ਦੇ ਵਿੱਚ ਪਲਾਂਟਸ ਐਨੀਮਲਸ ਹੁੰਦੇ ਨੇ, ਇਹਨਾਂ ਨੂੰ ਇਸ ਬੁੱਕ ਦੇ ਵਿੱਚ ਰੱਖ ਕੇ ਦੈਨ ਇਹਨਾਂ ਦੀ ਕੰਜ਼ਰਵੇਸ਼ਨ ਕੀਤੀ ਜਾਂਦੀ, ਇਹਨਾਂ ਨੂੰ ਬਚਾਇਆ ਜਾਂਦਾ ਤਾਂ ਕਿ ਇਹਨਾਂ ਦੀ ਕੋਈ ਹੰਟਿੰਗ ਕਰਕੇ ਇਹਨਾਂ ਨੂੰ ਡਿਸਟਰੋਏ ਨਾ ਕਰਦੇ। ਜਿਵੇਂ ਪਹਿਲਾਂ ਡਾਇਨਾਸੌਰ ਸੀ, ਹੈ ਨਾ, ਹੁਣ ਡਾਇਨਾਸੌਰ ਬਿਲਕੁਲ ਹੀ ਕੀ ਹੈ, ਨਹੀਂ ਦਿਖਦੇ ਆਪਾਂ ਨੂੰ, ਆਪਾਂ ਤਾਂ ਸੁਣਿਆ ਜਸਟ ਵੀ ਹੁੰਦੇ ਸੀ, ਹੈ ਨਾ। ਤਾਂ ਉਹ ਬਿਲਕੁਲ ਹੀ ਕੀ ਹੋ ਗਏ, ਵਿਲੁਪਤ ਹੋ ਗਏ, ਐਕਸਟਿੰਕਟ ਹੋ ਗਏ। ਬਟ ਰੈਡ ਡੇਟਾ ਬੁੱਕ ਦੇ ਵਿੱਚ ਐਂਡੇਂਜਰਡ ਪਲਾਂਟਸ ਐਂਡ ਐਨੀਮਲਸ ਦੀ ਲਿਸਟ ਰੱਖੀ ਜਾਂਦੀ ਹੈ। ਅੱਜ ਦਾ ਆਪਣਾ ਲਾਸਟ ਕੁਐਸਚਨ ਹੈ ਸੀਰੀਜ਼ ਦਾ, ਚਾਰਲਸ ਡਾਰਵਿਨ ਦ ਫੇਮਸ ਐਵੋਲਿਊਸ਼ਨਿਸਟ ਪ੍ਰੋਪੋਜ਼ਡ ਹਿਸ ਥਿਊਰੀ ਇਨ ਵਿਚ ਵਨ ਆਫ ਦ ਫੋਲੋਇੰਗ ਬੁੱਕਸ। ਦੇਖੋ ਚਾਰਲਸ ਡਾਰਵਿਨ ਇਹ ਫੇਮਸ ਇੱਕ ਪਰਸਨ ਹੈ, ਇਹ ਕੌਣ ਸੀ? ਇੱਕ ਫੇਮਸ ਐਵੋਲਿਊਸ਼ਨਿਸਟ। ਐਵੋਲਿਊਸ਼ਨਿਸਟ ਮਤਲਬ ਜੋ ਸਟੱਡੀ ਕਰਦਾ ਹੈ ਵੀ ਕਿਵੇਂ ਲਾਈਫ ਹੈ, ਕਿਵੇਂ ਲਾਈਫ ਦੀ ਉਤਪੱਤੀ ਹੁੰਦੀ ਹੈ, ਹੈ ਨਾ, ਕਿਵੇਂ ਸਭ ਤੋਂ ਪਹਿਲਾਂ ਲਾਈਫ ਹੈ, ਕਿਸ ਚੀਜ਼ 'ਚ ਸਭ ਤੋਂ ਪਹਿਲਾਂ ਜਾਨ ਆਈ, ਹੈ ਨਾ, ਇਹਨਾਂ ਚੀਜ਼ਾਂ ਸਟੱਡੀ ਕੀਤੀ ਚਾਰਲਸ ਡਾਰਵਿਨ ਨੇ। ਤਾਂ ਚਾਰਲਸ ਡਾਰਵਿਨ ਨੇ ਬਹੁਤ ਫੇਮਸ ਬੁੱਕ ਲਿਖੀ ਸੀ, ਉਸ ਬੁੱਕ ਦਾ ਨਾਮ ਹੈ ਦ ਔਰਿਜਿਨ ਆਫ ਸਪੀਸੀਜ਼। ਔਰਿਜਿਨ ਦਾ ਮਤਲਬ ਹੀ ਸ਼ੁਰੂਆਤ ਹੁੰਦਾ, ਸਪੀਸੀਜ਼ ਮਤਲਬ ਕੋਈ ਪ੍ਰਜਾਤੀ। ਤਾਂ ਔਰਿਜਿਨ ਆਫ ਸਪੀਸੀਜ਼ ਇਹਨਾਂ ਦੀ ਫੇਮਸ ਬੁੱਕ ਹੈ। ਇਹਦੇ ਵਿੱਚ ਇਹਨਾਂ ਨੇ ਆਪਾਂ ਨੂੰ ਇੱਕ ਕੰਸੈਪਟ ਦਿੱਤਾ ਸੀ, ਉਸ ਦਾ ਕੰਸੈਪਟ ਦਾ ਨਾਮ ਕੀ ਹੈ? ਸਰਵਾਈਵਲ ਆਫ ਦਾ ਫਿਟੈਸਟ। ਇਹਨਾਂ ਨੇ ਥਿਊਰੀ ਆਫ ਨੈਚੁਰਲ ਸਿਲੈਕਸ਼ਨ ਦਿੱਤੀ ਸੀ ਅਤੇ ਇਹਨਾਂ ਨੇ ਸਰਵਾਈਵਲ ਆਫ ਦਾ ਫਿਟੈਸਟ ਬਾਰੇ ਦੱਸਿਆ ਸੀ। ਮਤਲਬ ਸਿੰਪਲੀ ਚੀਜ਼ ਤੁਸੀਂ ਇੱਦਾਂ ਯਾਦ ਰੱਖੋ ਵੀ ਜਿਹੜਾ ਤਾਂ ਇਸ ਦੁਨੀਆ 'ਚ ਫਿੱਟ ਹੈ ਉਹੀ ਸਰਵਾਈਵ ਕਰੂਗਾ, ਉਹੀ ਜੀਊਗਾ, ਹੈ ਨਾ। ਹੁਣ ਜਿਹੜਾ ਤਾਂ ਰੋਜ਼ ਪੜ੍ਹਦਾ ਉਹਦਾ ਹੀ ਪੇਪਰ ਕਲੀਅਰ ਹੋਊਗਾ, ਜਿਹੜਾ ਮੋਹਿਤ ਢੀਂਗਰਾ ਦੇ ਰੋਜ਼ ਲੈਕਚਰ ਦੇਖਦਾ ਉਹਦਾ ਹੀ ਪਟਵਾਰੀ ਕਲੀਅਰ ਹੋਊਗਾ, ਹੈ ਨਾ। ਤਾਂ ਜ਼ਰੂਰ ਤੁਸੀਂ ਇਸ ਸੀਰੀਜ਼ ਨੂੰ ਦੇਖਣਾ, ਆਪਣੇ ਸਟੈਟਿਕ ਜੀਕੇ ਦਾ ਜੋ ਮੈਂ ਤੁਹਾਨੂੰ ਪਾਠ ਕਰਾ ਰਿਹਾ ਉਹਨੂੰ ਪੂਰਾ ਸਟਰੋਂਗ ਕਰ ਲੈਣਾ, ਹੈ ਨਾ, ਚੰਗੇ ਤਰੀਕੇ ਨਾਲ। ਤਾਂ ਆਪਣੀ ਸਟੱਡੀਜ਼ ਨੂੰ ਬੈਸਟ ਟਾਈਮ ਦਿਓ, ਪੜ੍ਹੋ, ਹੈ ਨਾ। ਦੈਨ ਥੈਂਕ ਯੂ ਫॉर ਦਿਸ ਐਂਡ ਅੱਜ ਆਪਾਂ ਇੰਨੇ ਡਿਸਕਸ ਕਰਦੇ ਹਾਂ। ਨੈਕਸਟ ਕਲਾਸ ਦੇ ਵਿੱਚ ਆਪਾਂ ਪਾਰਟ 13 ਲੈ ਕੇ ਆਊਂਗਾ ਅਤੇ ਪਾਰਟ 12 ਤੱਕ ਤੁਸੀਂ ਪੂਰਾ ਚੰਗੀ ਤਰੀਕੇ ਨਾਲ ਇਹਨੂੰ ਪੜ੍ਹ ਲੈਣਾ। ਓਕੇ ਸਟੂਡੈਂਟਸ, ਬੈਸਟ ਆਫ ਲੱਕ, ਥੈਂਕ ਯੂ।